समाज ਵਿੱਚ ਜਿੱਥੇ ਅਸੀਂ ਅਨੇਕਾਂ ਅਜਿਹੇ ਤੰਦਰੁਸਤ ਇਨਸਾਨਾਂ ਨੂੰ ਭੀਖ ਮੰਗਦੇ ਹੋਏ ਦੇਖਦੇ ਹਾਂ, ਉੱਥੇ ਹੀ ਇਸੇ ਸਮਾਜ ਵਿੱਚ ਕਈ ਅਜਿਹੇ ਪ੍ਰਾਣੀ ਵੀ ਹਨ ਜੋ ਸਰੀਰਕ ਪੱਖ ਤੋਂ ਕਮਜ਼ੋਰ ਹੋਣ ਦੇ ਬਾਵਜੂਦ ਦ੍ਰਿੜ ਇਰਾਦਾ ਲੈ ਕੇ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹਣ ਵੱਲ ਵਧ ਰਹੇ ਹਨ। ਇਸੇ ਦੀ ਜਿਉਂਦੀ ਜਾਗਦੀ ਮਿਸਾਲ ਹਨ ਪਟਿਆਲਾ ਸ਼ਹਿਰ ਦੇ ਗੁਰਮਤਿ ਸਹਾਰਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ। ਜੀ ਹਾਂ, ਇਸ ਗੁਰਮੁਖ ਪ੍ਰੇਮੀ ਵੱਲੋਂ ਜਿੱਥੇ ਪੋਲੀਓ ਗ੍ਰਸਤ ਹੋਣ ਦੇ ਬਾਵਜੂਦ ਆਪ ਭੁੱਖੇ ਰਹਿ ਕੇ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਇਸ ਮੁਕਾਮ ਤੱਕ ਪਹੁੰਚੇ ਹਨ, ਉੱਥੇ ਹੀ ਉਹਨਾਂ ਵੱਲੋਂ ਕਈ ਬੇਸਹਾਰਾ ਅਤੇ ਗਰੀਬ ਬੱਚੇ ਬੱਚੀਆਂ ਨੂੰ ਸੰਗੀਤ ਅਤੇ ਪੜ੍ਹਾਈ ਦੀ ਸਿੱਖਿਆ ਵੀ ਆਪਣੇ ਖਰਚੇ ਉੱਪਰ ਦਿੱਤੀ ਜਾ ਰਹੀ ਹੈ। ਅਜਿਹੇ ਦ੍ਰਿੜ ਇਰਾਦੇ ਰੱਖਣ ਵਾਲੇ ਇਨਸਾਨਾਂ ਦੀ ਮਦਦ ਲਈ ਸਿੱਖ ਸੰਗਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। कुदरत कवन कहाँ विचार, वारिया ना जावा एक बार, जो तुद भावै साई भलीकार, तू सदा सलामत निरंकार। परम पुरख परमात्मा ने धरती मनुख साजे, वड्डे वड्डे पहाड़ साजे, कई जीव जंतु साजे। उन्हां ही जीव जंतुओं विचों सब तो उत्तम श्रेणी मनुख नूं दित्ती, जिथे मनुखां दा अधिकार है अपने ਸਰੀਰਕ ਕਿਰਿਆਵਾਂ ਨੂੰ ਪੂਰਾ ਕਰਨਾ, ਉੱਥੇ ਹੀ ਨਾਲ ਕਿਤੇ ਨਾ ਕਿਤੇ ਇਹ ਰਹਿੰਦਾ ਹੈ ਕਿ ਅਸੀਂ ਸੋਸ਼ਲ ਹੋ ਕੇ ਜਾਂ ਸਮਾਜਿਕ ਹੋ ਕੇ ਸਮਾਜ ਦੇ ਨਾਲ ਚੱਲੀਏ, ਸਮਾਜ ਨੂੰ ਇਹੋ ਜਿਹੀ ਦੇਣ ਦਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਰਾਹ ਦੇ ਉੱਤੇ ਤੁਰਨ। ਕਿੰਨੇ ਕੁ ਵਿਦਿਆਰਥੀ ਬਾਬਾ ਜੀ ਹੁਣ ਤੱਕ ਇੱਥੋਂ ਇਸ ਅਕੈਡਮੀ 'ਚੋਂ ਸਿੱਖ ਕੇ ਜਾ ਚੁੱਕੇ? ਮੇਰੇ ਕੋਲ ਜੀ ਘੱਟੋ ਘੱਟ 500 ਲਗਭਗ ਵਿਦਿਆਰਥੀ ਕੀਰਤਨ ਦੀ ਦਾਤ ਸਿੱਖ ਕੇ ਜਾ ਚੁੱਕੇ ਨੇ, ਜੋ ਕਿ ਅਮਰੀਕਾ, ਇੰਗਲੈਂਡ, ਕੈਨੇਡਾ ਦੇ ਵਿੱਚ ਗੁਰੂ ਘਰ ਦੀਆਂ ਸੇਵਾਵਾਂ ਕਰ ਰਹੇ ਨੇ, ਲੋਕਲ ਵੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਨੇ ਅਤੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਜੀ। ਵਾਹਿਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਹੈ। ਤੇ ਬਾਬਾ ਜੀ ਇੱਥੇ ਤੁਸੀਂ ਹੋਸਟਲ ਸੁਵਿਧਾ ਵੀ ਦਿੰਦੇ ਹੋ, ਕਿੰਨੇ ਕੁ ਵਿਦਿਆਰਥੀ ਜਿਹੜੇ ਇੱਥੇ ਇਸ ਵੇਲੇ ਤੁਹਾਡੇ ਕੋਲ ਰਹਿ ਰਹੇ ਹਨ ਹੋਸਟਲ ਦੇ ਵਿੱਚ? ਮੇਰੇ ਕੋਲ ਇਸ ਟਾਈਮ ਜੀ ਤਕਰੀਬਨ 15 ਵਿਦਿਆਰਥੀ ਇਸ ਟਾਈਮ ਰਹਿ ਰਹੇ ਨੇ, ਕਿਉਂਕਿ ਜਗ੍ਹਾ ਦੀ ਕਮੀ ਕਾਰਨ ਅਸੀਂ ਵਿਦਿਆਰਥੀ ਨਹੀਂ ਰੱਖਦੇ। ਜਗ੍ਹਾ ਬਹੁਤ ਘੱਟ ਹੈ, ਜਿਹਦੇ ਕਰਕੇ ਬੱਚੇ ਨੂੰ ਸੌਣਾ, ਨਹਾਉਣਾ ਹੋਰ ਆਦਿਕ ਸਮੱਸਿਆ ਜਿਹੜੀਆਂ ਤਕਲੀਫਾਂ ਆ ਰਹੀਆਂ ਨੇ, ਅਤੇ ਅਸੀਂ ਉਨੇ ਹੀ ਬੱਚੇ ਰੱਖਦੇ ਹਾਂ ਜਿੰਨੀ ਕੁ ਜਗ੍ਹਾ ਹੈ ਸਾਡੇ ਕੋਲ। ਬੱਚੇ ਟੈਲੀਫੋਨ ਵਗੈਰਾ ਬਹੁਤ ਆਉਂਦੇ ਨੇ ਕਿ ਸਾਡੇ ਤੋਂ ਬੱਚੇ ਲੈ ਜਾਓ, ਪਰ ਮੇਰੇ ਤੋਂ ਜਗ੍ਹਾ ਦੀ ਕਮੀ ਹੈ ਜੀ, ਅਤੇ ਮੇਰਾ ਦਿਲ ਕਰਦਾ ਕਿ ਮੈਂ ਬਹੁਤ ਸਾਰੀ ਅਕੈਡਮੀ ਖੋਲ੍ਹਾਂ। ਇਹ ਜਗ੍ਹਾ ਤੁਹਾਡੀ ਆਪਣੀ ਹੈ? ਕਿੱਦਾਂ ਤੁਹਾਡੇ ਕੋਲ ਇਹ ਜਗ੍ਹਾ ਮਤਲਬ ਜਿਹੜੀ ਹੈਗੀ ਤੁਹਾਡੀ ਅਕੈਡਮੀ ਹੈ ਇਸ ਵੇਲੇ? ਇਹ ਜੀ ਕਿਸੇ ਨੇ ਸਾਨੂੰ ਇਹ ਡੋਨੇਸ਼ਨ ਕੀਤੀ ਹੈ ਜਗ੍ਹਾ। ਇਹ ਜਗ੍ਹਾ 'ਤੇ ਗੁਰੂ ਘਰ ਬਣਿਆ ਹੋਇਆ ਹੈ, ਉੱਪਰ ਗੁਰੂ ਘਰ ਸਾਹਿਬ ਅਤੇ ਨੀਚੇ ਬੱਚਿਆਂ ਦੀ ਰਿਹਾਇਸ਼ ਹੈ। ਇਹ ਜਗ੍ਹਾ ਜਿਹੜੀ ਸੀ ਪਹਿਲਾਂ ਇੱਥੇ ਬੀਬੀਆਂ ਪ੍ਰਭਾਤ ਫੇਰੀਆਂ ਕੱਢ ਕੇ ਉਹਨਾਂ ਦੀ ਇੱਕ ਸੁਸਾਇਟੀ ਸੀ, ਉਹ ਚਲਾਉਂਦੀਆਂ ਸੀ, ਅਤੇ ਉਹਨਾਂ ਨੇ ਮੇਰੇ ਵੱਲ ਦੇਖਿਆ ਕਿ ਬਾਬਾ ਜੀ ਕੀਰਤਨ ਵਾਜਾ ਤਬਲਾ ਸਿਖਾਉਂਦੇ ਨੇ, ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਦੇ ਨੇ, ਅਤੇ ਉਹਨਾਂ ਨੇ ਆਪਣੇ ਹਸਬੈਂਡ ਨਾਲ ਗੱਲ ਕੀਤੀ, ਘਰਦਿਆਂ ਨਾਲ ਸਾਰਿਆਂ ਨਾਲ ਗੱਲ ਕਰਕੇ ਇਹ ਜਿਹੜੀ ਜਗ੍ਹਾ ਸੀ ਮੈਨੂੰ ਡੋਨੇਸ਼ਨ ਕਰ ਦਿੱਤੀ ਜੀ, ਅਤੇ ਗੁਰਮਤਿ ਸਹਾਰਾ ਅਕੈਡਮੀ ਦੇ ਨਾਂ 'ਤੇ ਚੜ੍ਹਾ ਦਿੱਤੀ ਇਹ ਜਗ੍ਹਾ। ਇਹ 100 ਗਜ ਦਾ ਪਲਾਟ ਹੈ। ਇਸ ਤੋਂ ਇਲਾਵਾ ਹੋਰ ਵੀ ਮਦਦ ਕੀਤੀ ਜਾਂਦੀ ਹੈ ਇਲਾਕਾ ਵਾਲੇ ਵੱਲੋਂ ਜਾਂ ਕਿਸੇ ਹੋਰ ਵੱਲੋਂ? ਤੁਹਾਨੂੰ ਕਿਸੇ ਕਿਸਮ ਦੀ ਮਦਦ ਜਿਹੜੀ ਹੈ ਕੋਈ ਦਾਨੀ ਸੱਜਣਾ ਵੱਲੋਂ ਕੀਤੀ ਜਾਂਦੀ ਹੈ? ਨਹੀਂ ਜੀ, ਅਜੇ ਤੱਕ ਕੋਈ ਮਦਦ ਨਹੀਂ ਕੀਤੀ ਜਾਂਦੀ। ਇਹ ਗੁਰੂ ਦੀ ਗੋਲਕ ਹੀ ਐਸੀ, ਅਤੇ ਕੁਝ ਮੇਰੇ ਐਸੇ ਮਿੱਤਰ ਪਿਆਰੇ ਨੇ ਜਿਨ੍ਹਾਂ ਦਾ ਮੈਂ ਹੁਣ ਤੁਹਾਡੇ ਅੱਗੇ ਨਾਮ ਲੈਣਾ ਚਾਹਾਂਗਾ, ਜਿਵੇਂ ਕਿ ਇਹ ਕੁਲਦੀਪ ਸਿੰਘ ਜੀ ਨੇ। ਇਹਨਾਂ ਨੇ ਬਚਪਨ ਤੋਂ ਹੀ ਮੇਰਾ ਸਾਥ ਦਿੱਤਾ ਹੈ, ਮੈਨੂੰ ਛੱਡਿਆ ਨਹੀਂ। ਜਿੱਥੇ ਕਿਤੇ ਵੀ ਮੈਂ ਰਿਹਾ ਉੱਥੋਂ ਤੇ ਮੈਨੂੰ ਫੋਨ ਕਰਕੇ ਇਹਨਾਂ ਨੇ ਵੀ ਬਾਬਾ ਜੀ ਤੁਸੀਂ ਵਾਪਸ ਆ ਜਾਓ, ਆਪਾਂ ਅਕੈਡਮੀ ਚਲਾਉਣੀ ਹੈ ਔਰ ਤੁਹਾਡਾ ਸਾਥ ਨਹੀਂ ਛੱਡਣਾ। ਉਸੇ ਹਰਪ੍ਰੀਤ ਸਿੰਘ ਜੀ ਬੈਠੇ ਹੋਏ ਨੇ ਜੀ, ਅਤੇ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ। ਕਮਲਦੀਪ ਸਿੰਘ ਜੀ ਬੈਠੇ ਹੋਏ ਨੇ, ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਉੱਧਰ ਭਾਈ ਰਣਜੀਤ ਸਿੰਘ ਜੀ ਨੇ, ਅਤੇ ਹੋਰ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ 19-20 ਸਾਲ ਦੀ ਉਮਰ ਦੇ ਵਿੱਚ ਵੀ ਮੇਰੇ ਨਾਲ ਸਹਿਯੋਗ ਦਿੰਦੇ ਆ ਰਹੇ ਨੇ ਹੁਣ ਤੱਕ ਜੀ। ਅਤੇ ਪਰ ਇਹ ਸਾਰੇ ਕੋਈ ਐਸੀ ਉੱਚੀ ਪੋਸਟ 'ਤੇ ਨਹੀਂ ਹੈਗੇ। ਸੋ ਕੁਲਦੀਪ ਸਿੰਘ ਜੀ ਇਹ ਸਰਕਾਰੀ ਨੌਕਰੀ ਕਰਦੇ ਹੋਏ ਰਿਟਾਇਰ ਹੋ ਚੁੱਕੇ ਨੇ, ਬਾਕੀ ਸਾਰੇ ਨੋਰਮਲ ਕੰਮ ਕਰਦੇ ਨੇ ਔਰ ਸਾਥ ਪੂਰਾ ਦਿੰਦੇ ਨੇ ਜੀ। ਤੁਹਾਨੂੰ ਕਿੱਦਾਂ ਦੀਆਂ ਤਕਲੀਫਾਂ ਜਿਹੜੀਆਂ ਹੈਗੀਆਂ, ਮੁਸ਼ਕਿਲਾਂ ਜਿਹੜੀਆਂ ਹੈਗੀਆਂ ਤੁਹਾਨੂੰ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਅਕੈਡਮੀ ਚਲਾਉਣ ਵਾਸਤੇ? ਸਾਨੂੰ ਜੀ ਜਿਸ ਤਰ੍ਹਾਂ ਅਸੀਂ ਬੱਚੇ ਰੱਖ ਲੈਂਦੇ ਹਾਂ, ਜਿਵੇਂ ਉਹਨਾਂ ਨੂੰ ਕੱਪੜਾ ਲੀੜਾ ਵੀ ਚਾਹੀਦਾ ਹੁੰਦਾ ਹੈ, ਖਾਣ ਲਈ ਭੋਜਨ ਵੀ ਚਾਹੀਦਾ ਹੈ, ਹਰ ਇੱਕ ਮਦਦ, ਹਰ ਇੱਕ ਲੋੜ ਉਹਨਾਂ ਨੂੰ ਚਾਹੀਦੀ ਹੈ। ਜਿਵੇਂ ਸਕੂਲਾਂ ਦੇ ਵਿੱਚ ਸਾਨੂੰ ਫੀਸਾਂ ਭਰਨ ਲੱਗਿਆਂ ਦੇਖਣਾ ਪੈਂਦਾ ਕਿ ਹੁਣ ਕਿਹਦੇ ਕੋਲ ਜਾਈਏ, ਇਹ ਬੱਚਿਆਂ ਦੀਆਂ ਫੀਸਾਂ ਭਰੀਏ। ਜਿਵੇਂ ਸਾਡੇ ਕੋਲ ਇੱਕ ਵਿਦਿਆਰਥੀ ਹੈ ਭੁਪਿੰਦਰ ਸਿੰਘ ਜੀ, ਇਹਨਾਂ ਨੂੰ ਅਸੀਂ ਆਪਣੇ ਕੋਲ ਰੱਖਿਆ।
ਬੱਚਿਆਂ ਨੂੰ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ, ਇਹਨਾਂ ਨੂੰ ਕੋਰਸ ਕਰਾਇਆ, ਤੇ ਕਾਫੀ ਲੋਕਾਂ ਕੋਲ ਜਾ ਕੇ ਮਦਦ ਮੰਗਣੀ ਪੈਂਦੀ ਹੈ ਕਿ ਬੱਚਿਆਂ ਦੀਆਂ ਫੀਸਾਂ ਭਰੋ। ਔਰ ਵੀ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਉਂਦੀਆਂ ਨੇ, ਜਿਵੇਂ ਸੌਦਾ ਪੱਤਾ ਲਿਆਉਣਾ ਹੋਵੇ, ਜਿਵੇਂ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ, ਜਾਂ ਕੋਈ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਕਿ ਇੱਕ ਵਾਰੀ ਤੇ ਮਨ ਜਿਹੜਾ ਹੈ ਬਹੁਤ ਡੋਲ ਜਾਂਦਾ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸਾਰਾ ਕੁਝ ਚੱਲੀ ਜਾ ਰਿਹਾ ਜੀ। ਤੇ ਇਹ ਮੁਸ਼ਕਲਾਂ ਦਾ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਹੁਣ ਤੱਕ। ਬੜੀ ਹਿੰਮਤ ਦੇ ਨਾਲ ਬਾਬਾ ਜੀ ਜਿਹੜੇ ਤੁਸੀਂ ਇਹ ਕਾਰਜ ਜੋ ਕਰ ਰਹੇ ਹੋ, ਜਿਵੇਂ ਕਿ ਬਾਬਾ ਜੀ ਤੁਸੀਂ ਆਪਣੀ ਅਕੈਡਮੀ ਬਾਰੇ, ਆਪਣੇ ਵਿਦਿਆਰਥੀਆਂ ਬਾਰੇ ਦੱਸਿਆ, ਕੁਝ ਆਪਣੇ ਪਿਛੋਕੜ ਬਾਰੇ ਵੀ ਜ਼ਰੂਰ ਦੱਸਣਾ ਚਾਹੋ। ਮੈਂ ਜੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ। ਮੇਰੀ ਮੰਮੀ ਜਿਹੜੇ ਸਨ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਸਨ ਜੀ। ਮੈਨੂੰ 4 ਸਾਲ ਦੀ, ਜਦੋਂ ਮੈਂ 4 ਸਾਲ ਦਾ ਸੀ ਜੀ, ਤਾਂ ਮੈਨੂੰ ਪੋਲੀਓ ਹੋ ਗਿਆ ਸੀ। 4 ਸਾਲ ਤੋਂ ਬਾਅਦ ਮੇਰੀਆਂ ਲੱਤਾਂ ਜਿਹੜੀਆਂ ਸੀ ਇਹ ਦੋਨੇ ਪੋਲੀਓ ਦੇ ਨਾਲ ਗ੍ਰਸਤ ਹੋ ਗਈਆਂ। ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਜਿਹੜੀ ਕੀਤੀ ਜੀ, ਆਪਣੇ ਮੂੰਹ ਦੇ ਵਿੱਚ ਬਸਤਾ ਪਾਉਂਦਾ ਸੀ, ਤੇ ਮੇਰਾ ਜਿਹੜਾ ਸਕੂਲ ਸੀ ਉਹ ਘੱਟੋ ਘੱਟ ਵੀ 2 ਕਿਲੋਮੀਟਰ ਦੇ ਦੂਰੀ 'ਤੇ ਸੀ। ਮੈਂ ਆਪਣੇ ਮੂੰਹ ਦੇ ਵਿੱਚ ਬਸਤਾ ਪਾਉਣਾ ਤੇ ਸਕੂਲ 'ਤੇ ਜਾਣਾ। ਤੇ ਗਰਮੀਆਂ ਦੇ ਦਿਨ ਵਿੱਚ ਤਾਂ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਗਰਮੀਆਂ ਦੇ ਵਿੱਚ ਜਿਹੜੀ ਜਗ੍ਹਾ ਸੀ ਉਹ ਬਹੁਤ ਤਪਦੀ ਹੁੰਦੀ ਸੀ, ਤੇ ਮੈਂ ਸਕੂਲ ਦੇ ਅੱਗੇ ਬੈਠ ਜਾਣਾ ਜਿੰਨਾ ਚਿਰ ਛਾਂ ਆਉਣੀ। ਛਾਂ ਆਉਣ ਤੋਂ ਬਾਅਦ ਮੈਂ ਸਹਿਜ ਆਪਣੇ ਮੂੰਹ 'ਚ ਬਸਤਾ ਪਾ ਕੇ ਆਪਣੇ ਘਰ ਸ਼ਾਮ ਨੂੰ ਆਉਂਦਾ ਸੀ। ਘਰ ਦੀ ਗਰੀਬੀ ਇੰਨੀ ਸੀ ਕਿ ਮੈਨੂੰ ਇੱਕ ਵਕਤ ਦੀ ਸਿਰਫ ਸਵੇਰੇ ਹੀ ਰੋਟੀ ਮਿਲਦੀ ਸੀ, ਉਸ ਤੋਂ ਬਾਅਦ ਮੈਨੂੰ ਪ੍ਰਸ਼ਾਦਾ ਨਹੀਂ ਸੀ ਮਿਲਦਾ। ਤੇ ਮੇਰਾ ਇੱਕ ਅਧਿਆਪਕ ਸੀ ਅਰਤਨ ਸਿੰਘ, ਉਹ ਕਹਿੰਦਾ ਸੀ ਕਿ ਗੁਰਮੁਖ ਸਿੰਘ ਜੀ ਵੀ ਤੁਸੀਂ ਛੱਡਣਾ ਨਹੀਂ ਪੜ੍ਹਾਈ ਨੂੰ, ਇਹ ਪੜ੍ਹਾਈ ਤੁਹਾਡਾ ਸਹਾਰਾ ਹੈ। ਸਾਡੇ ਸਕੂਲ ਦੇ ਨਾਲ ਹੀ ਮੇਰਾ ਪਿੰਡ ਹੈ ਕਰਤਾਰਪੁਰ ਮੰਮੀਆਂ, ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਮੈਂ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਕਈ ਵਾਰੀ ਚਲੇ ਜਾਂਦਾ ਸੀ, ਤੇ ਜਿੱਥੋਂ ਮੈਨੂੰ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਸੀ ਉਹਨਾਂ ਵਿਦਿਆਰਥੀਆਂ ਦੇ ਨਾਲ ਮੈਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਮੇਰੇ ਉਸਤਾਦ ਪਰਮਜੀਤ ਸਿੰਘ ਜੀ ਨੇ। ਤੇ ਮੈਂ ਬਹੁਤ ਵਧੀਆ, ਮੇਰੀ ਆਵਾਜ਼ ਠੀਕ ਸੀ ਤੇ ਮੈਂ ਪਾਠ ਕਰਨਾ ਪਿਆ। ਔਰ ਦੂਸਰੀ ਗੱਲ ਇਹ ਹੈ ਕਿ ਇੰਨੀਆਂ ਲੱਤਾਂ ਡੈਮੇਜ ਹੋਣ ਦੇ ਬਾਵਜੂਦ ਵੀ ਜਿਹੜੇ ਮੈਂ ਜਦੋਂ ਰਿੜਦਾ ਸੀ ਤਾਂ ਮੇਰੇ ਪੈਰਾਂ ਦੇ ਵਿੱਚੋਂ ਖੂਨ ਆ ਜਾਂਦਾ ਹੁੰਦਾ ਸੀ। ਜਦੋਂ ਖੂਨ ਆ ਜਾਂਦਾ ਹੁੰਦਾ ਤੇ ਮੈਂ ਆਪਣੇ ਪੈਰਾਂ ਦੇ ਉੱਤੇ ਲਿਫਾਫੇ ਵਲੇਟ ਲੈਂਦਾ ਹੁੰਦਾ ਸੀ, ਤੇ ਲਿਫਾਫੇ ਕਈ ਵਾਰੀ ਘੜੀਸ ਕੇ ਫਟ ਜਾਂਦੇ ਸਨ। ਇਹਨਾਂ ਮੁਸ਼ਕਲਾਂ ਦੇ ਵਿੱਚ ਮੈਂ ਪੜ੍ਹਦਾ ਗਿਆ। ਮੈਂ 10 ਤੱਕ ਪੜ੍ਹਿਆ ਜੀ। ਮੈਨੂੰ ਘਰ ਦੀ ਗਰੀਬੀ ਇੰਨੀ ਜ਼ਿਆਦਾ ਸੀ ਕਿ ਉਹ ਪੜ੍ਹਾ ਨਹੀਂ ਸਕੇ। ਈਵਨ ਕਿ ਕੋਈ ਮੈਨੂੰ ਲੈਣ ਵੀ ਨਹੀਂ ਸੀ ਆਉਂਦਾ ਕਿ ਇਹਨੂੰ ਚੁੱਕ ਕੇ ਮੈਂ ਆਪਣੇ ਬੱਚੇ ਨੂੰ ਆਪਦੇ ਘਰ ਲੈ ਆਵਾਂ। ਮੈਂ ਰਿੜ ਕੇ ਹੀ ਆਉਂਦਾ ਸੀ, ਰਿੜ ਕੇ ਸਕੂਲੇ ਜਾਂਦਾ ਸੀ ਜੀ। ਇਹ ਮੇਰਾ ਬਚਪਨ ਇਸ ਤਰ੍ਹਾਂ ਗੁਜ਼ਰਿਆ। ਜਿਹਦਾ ਸਹਾਰਾ ਕੋਈ ਨਹੀਂ ਹੁੰਦਾ, ਉਹਦਾ ਸਹਾਰਾ ਹਮੇਸ਼ਾ ਪਰਮਾਤਮਾ ਆਪ ਬਣਦਾ। ਇੰਨੀਆਂ ਦੁੱਖ ਤਕਲੀਫਾਂ ਤੁਸੀਂ ਸਹੀਆਂ, ਸਾਰਾ ਕੁਝ ਤੁਸੀਂ ਕੀਤਾ। ਮੈਨੂੰ ਇੱਥੋਂ ਕੁਝ ਸਿੰਘ ਦੱਸ ਰਹੇ ਸੀ ਕਈ ਦਿਨ ਤੁਸੀਂ ਬਾਬਾ ਜੀ ਭੁੱਖੇ ਵੀ ਰਹਿ ਕੇ ਜਿਹੜੀ ਹੈਗੀ ਹੈ ਸੇਵਾ ਕੀਤੀ ਹੈ। ਹੁਣ ਜਿਹੜੇ ਬੱਚੇ ਤੁਸੀਂ ਆਪਣੇ ਨਾਲ ਜੋੜੇ ਹਨ, ਇਹ ਵੀ ਕਿਤੋਂ ਨਾ ਕਿਤੋਂ ਕਿਸੇ ਨਾ ਕਿਸੇ ਕਾਰਨਾਂ ਕਰਕੇ ਤੁਹਾਡੇ ਨਾਲ ਜੁੜੇ ਹਨ, ਚਾਹੇ ਉਹ ਕੀਰਤਨ ਸਿੱਖਣ ਆਏ ਹਨ ਜਾਂ ਆਰਥਿਕ ਤੌਰ 'ਤੇ ਕਿਤੇ ਨਾ ਕਿਤੇ ਗਰੀਬ ਸਨ ਤਾਂ ਤੁਹਾਡੇ ਨਾਲ ਜੁੜੇ ਹਨ। ਕਿ ਇਹ ਬੱਚੇ ਜਿੱਦਾਂ ਕਿ ਤੁਸੀਂ ਆਪਣੇ ਜੀਵਨ ਨੂੰ ਇੱਕ ਪਾਸੇ ਲਾਇਆ, ਇਹਨਾਂ ਬੱਚਿਆਂ ਦੀ ਹੈਲਪ ਦੇ ਲਈ ਅਕੈਡਮੀ ਖੋਲ੍ਹੀ, ਇਹਨਾਂ ਬੱਚਿਆਂ ਨੂੰ ਤੁਸੀਂ ਕਿਹੋ ਜਿਹੇ ਗੁਣ ਦਿੰਦੇ ਹੋ ਕਿ ਆ ਕੇ ਇਹ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਕਾਰਜ ਕਰਨਗੇ? ਮੈਂ ਬਹੁਤ ਤਕਲੀਫਾਂ ਸਹੀਆਂ ਨੇ ਜੀ। ਇਸ ਪਟਿਆਲੇ ਦੇ ਵਿੱਚ ਜਦੋਂ ਮੈਂ ਆਇਆ ਤੇ ਮੈਂ ਵੀ 4-4 ਦਿਨ ਭੁੱਖਾ ਰਿਹਾ। ਮੇਰੇ ਮਨ 'ਚ ਆਇਆ ਕਿ ਜਿੰਨੀਆਂ ਮੈਂ ਤਕਲੀਫਾਂ ਸਹਿ ਰਿਹਾ ਵਾਂ ਤੇ ਮੇਰੇ ਵਰਗੇ ਹੈਂਡੀਕੈਪਟ ਉਹ ਵੀ ਇੰਨੀਆਂ ਤਕਲੀਫਾਂ ਸਹਿੰਦੇ ਹੋਣਗੇ, ਜਿਹੜੇ ਗਰੀਬ ਬੱਚੇ ਨੇ ਉਹ ਵੀ ਇੰਨੀਆਂ ਤਕਲੀਫਾਂ ਸਹਿੰਦੇ ਹੋਣਗੇ। ਇਸ ਲਈ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਮੈਂ ਕੋਈ ਗਰੀਬਾਂ ਵਾਸਤੇ ਕੋਈ ਟਰਸਟ ਬਣਾਵਾਂ, ਜਿਹਦੇ ਵਿੱਚ ਉਹ ਗਰੀਬ ਬੱਚੇ ਜਿਹੜੇ ਨੇ ਆਪਣੇ ਪੈਰਾਂ 'ਤੇ ਖੜਾ ਹੋਣ ਵਾਸਤੇ ਗੁਣ ਸਿੱਖਣ, ਅਤੇ ਆਪਣੀ ਜਿਹੜੀਆਂ ਤਕਲੀਫਾਂ ਮੈਂ ਉਹਨਾਂ ਨੂੰ ਦੱਸਾਂ ਕਿ ਉਹਨਾਂ ਦੇ ਜੀਵਨ ਵਿੱਚ ਇੱਦਾਂ ਦੀਆਂ ਤਕਲੀਫਾਂ ਕਦੇ ਨਾ ਆਉਣ, ਉਹ ਸੁਖੀ ਆਪਣਾ ਜੀਵਨ ਬਤੀਤ ਕਰਨ ਜੀ। ਅਤੇ ਉਹਨਾਂ ਨੂੰ ਮੈਂ ਇਹੀ ਕਹਿਣਾ ਕਿ ਤੁਸੀਂ ਭਾਈ ਆਪਣੇ ਹੱਥਾਂ ਦੇ ਨਾਲ ਕਿਰਤ ਕਰੋ, ਇਹ ਗੁਣ ਸਿੱਖੋ ਅਤੇ ਇਹ ਗੁਣ ਤੁਹਾਡਾ ਸਹਾਰਾ ਬਣ ਜਾਵੇਗਾ। ਉਹਨਾਂ ਬੱਚਿਆਂ ਨੂੰ ਮੈਂ ਸੋਚਦਾ ਕਿ ਜਿੱਦਾਂ ਮੈਂ ਗਰੀਬੀ ਕੱਟੀ ਆ, ਮੈਂ ਰਿੜ ਕੇ ਤੁਰਿਆ, ਅਤੇ ਇਹ ਜਿਹੀ ਗਰੀਬੀ ਉਹਨਾਂ ਦੇ ਦਰਵਾਜ਼ੇ 'ਤੇ ਦਸਤਕ ਨਾ ਦੇਵੇਗਾ ਜੀ। ਹੁਣ ਤੁਸੀਂ ਬਾਬਾ ਜੀ ਇੱਕ ਚੈਰੀਟੇਬਲ ਟਰਸਟ ਜਿਹੜਾ ਹੈਗਾ ਬਣਾਇਆ ਹੈਗਾ, ਇਹਨਾਂ ਬੱਚਿਆਂ ਦੀ ਹੈਲਪ ਕਰ ਰਹੇ ਹੋ, ਕਿ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਕਿਤੋਂ ਕੋਈ ਮਦਦ ਭੇਜਦਾ ਤੁਹਾਨੂੰ ਇਸ ਬਾਰੇ? ਉਹ ਸਿੰਘ ਸਾਹਿਬ ਜੀ ਕਈ ਮੇਰੇ ਕੋਲ ਇੱਥੇ ਆਉਂਦੇ ਨੇ ਕੀਰਤਨ ਸਿੱਖਣ ਵਾਸਤੇ, ਅਤੇ ਕੀਰਤਨ ਸਿੱਖ ਕੇ ਬੜੇ ਸਾਲਾਂ ਬਾਅਦ ਜਦੋਂ ਆਉਂਦੇ ਨੇ ਨਾ, ਉਹ ਸਾਨੂੰ ਕਹਿੰਦੇ ਨੇ ਕਿ ਬਾਬਾ ਜੀ ਸਰਟੀਫਿਕੇਟ ਦਿਓ, ਸਾਡਾ ਵੀਜ਼ਾ ਲੱਗਣ ਵਾਲਾ ਹੈ। ਸਾਡੇ ਕੋਲ ਸਰਟੀਫਿਕੇਟ ਲੈ ਜਾਂਦੇ ਨੇ, ਅਸੀਂ ਬਾਬਾ ਜੀ ਤੁਹਾਡੀ ਫੁੱਲ ਮਦਦ ਕਰਾਂਗੇ ਗੁਰਮੁਖ ਸਿੰਘ ਜੀ, ਤੁਸੀਂ ਚਿੰਤਾ ਨਹੀਂ ਕਰਨੀ। ਅਤੇ ਉਹ ਵਿਦੇਸ਼ਾਂ ਵਿੱਚ ਬੈਠੇ ਨੇ, ਆਪਦੇ ਘਰ ਦੀਆਂ
ਵਧੀਆ ਟੱਬਰ ਪਾਲ ਰਹੇ ਨੇ, ਪਰ ਅੱਜ ਤੱਕ ਉਹਨਾਂ ਨੇ ਗੁਰਮੁਖ ਸਹਾਰਾ ਦਾ ਦਰਵਾਜ਼ਾ ਕਦੀ ਨਹੀਂ ਖੜਕਾਇਆ ਤੇ ਨਾ ਹੀ ਕਦੀ ਗੁਰਮੁਖ ਸਿੰਘ ਜੀ ਬਾਬਾ ਜੀ ਉਹਨਾਂ ਨੂੰ ਫੋਨ ਕੀਤਾ ਕਿ ਆਓ ਤੁਹਾਨੂੰ ਅਸੀਂ ਹੈਲਪ ਦੇਈਏ। ਈਵਨ ਕਿ ਮੈਂ ਜਿਹੜੇ ਸਰਟੀਫਿਕੇਟ ਉਹਨਾਂ ਨੂੰ ਦਿੱਤੇ ਨੇ, ਉਹ ਵਿਦਿਆਲੇ ਦੇ ਐਸੇ ਸਰਟੀਫਿਕੇਟ ਦਿੱਤੇ ਨੇ ਜਿਨ੍ਹਾਂ ਦੇ ਸਹਾਰੇ ਹੀ ਉਹਨਾਂ ਦਾ ਵੀਜ਼ਾ ਲੱਗਾ ਹੈ, ਅਦਰਵਾਈਜ਼ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗ ਸਕਦਾ। ਪਰ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ, ਕਿਸੇ ਪੱਖੋਂ ਕੋਈ ਮੇਰੀ ਮਦਦ ਨਹੀਂ ਕੀਤੀ ਜੀ। ਇਹ ਗੱਲ ਬਾਬਾ ਜੀ ਸਾਡੀ ਪੁੱਛਣੀ ਤਾਂ ਨਹੀਂ ਬਣਦੀ, ਜਿੱਦਾਂ ਕਿ ਚਲੋ ਜੋ ਵਾਹਿਗੁਰੂ ਦਾ ਭਾਣਾ, ਤੁਸੀਂ ਮੈਡੀਕਲ ਫਿਟ ਨਹੀਂ ਹੋ, ਕਦੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਵਾਹਿਗੁਰੂ ਨੇ ਤੁਹਾਨੂੰ ਮਤਲਬ ਜਿਹੜੀਆਂ ਇੱਕ ਕਮੀ ਰੱਖੀ ਹੈ, ਕਿ ਕਦੀ ਇਹ ਤੁਰਨ ਵਾਲੀ ਕਮੀ ਤੁਹਾਡੇ ਤੇ ਕਦੀ ਹਾਵੀ ਹੋਈ ਹੋਵੇ? ਕਦੇ ਵੀ ਨਹੀਂ ਜੀ, ਐਸੀ ਕਦੀ ਕਮੀ ਮੈਨੂੰ ਮਹਿਸੂਸ ਨਹੀਂ ਹੋਈ, ਕਦੀ ਹਾਵੀ ਨਹੀਂ ਹੋਈ, ਕਿਉਂਕਿ ਮੇਰਾ ਹੌਸਲਾ ਬੁਲੰਦ ਹੈ। ਮੈਂ ਆਪਣੀਆਂ ਬਾਹਾਂ ਦੇ ਸਹਾਰੇ ਵਾਜਾ, ਤਬਲਾ ਤੇ ਸਾਰੀਆਂ ਮੋਟਰਾਂ ਵਾਈਂਡਿੰਗ ਮੈਂ ਕਰ ਦੇਣਾ, ਫਿਟਿੰਗ ਕਰ ਲੈਣਾ ਜੀ। ਤੇ ਇਹ ਜਿਹੜੀ ਕਿਰਤ ਆ, ਇਹ ਜਿਹੜਾ ਗੁਣ ਆ, ਇਹ ਮੇਰਾ ਸਹਾਰਾ ਹੈ। ਔਰ ਇਹ ਜਿਹੜੇ ਬੱਚੇ ਨੇ, ਇਹ ਮੇਰਾ ਪਰਿਵਾਰ ਹੈ। ਮੈਂ ਇਹਨਾਂ ਵਿੱਚ ਆਪਣਾ ਜੀਵਨ ਜਿਹੜਾ ਹੈ ਬਤੀਤ ਕਰਦਾ ਹਾਂ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਕਿ ਮੈਂ ਇਹਨਾਂ ਬੱਚਿਆਂ ਦੀ ਸੇਵਾ ਕਰ ਰਿਹਾ। ਮੈਨੂੰ ਕਦੀ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੋਇਆ। ਬਹੁਤ ਬਹੁਤ ਚੰਗੀ ਗੱਲ ਹੈ ਜੀ, ਬਹੁਤ ਚੜ੍ਹਦੀ ਕਲਾ ਵਾਲੀ ਗੱਲ ਬਾਬਾ ਜੀ ਤੁਸੀਂ ਕਹੀ। ਕੁਝ ਅਜਿਹਾ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਰਾਹੀਂ ਸੁਣਨ ਵਾਲਿਆਂ ਨੂੰ ਕੋਈ? ਹਾਂਜੀ, ਮੈਂ ਇਹ ਸੰਦੇਸ਼ਾ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਤੰਦਰੁਸਤ ਨੇ, ਉਹ ਲੋਕਾਂ ਦੇ ਦਰਵਾਜ਼ੇ ਜਾ ਕੇ ਖੜਕਾਉਂਦੇ ਨੇ ਕਿ ਸਾਨੂੰ ਕੁਝ ਖਾਣ ਨੂੰ ਦਿਓ, ਸਾਨੂੰ ਕੁਝ ਪੈਸੇ ਦਿਓ, ਮੰਗਦੇ ਫਿਰਦੇ ਨੇ। ਜਾਂ ਉਹ ਹੈਂਡੀਕੈਪਟ ਵੀਰ ਜਿਨ੍ਹਾਂ ਨੇ ਆਪਣੀਆਂ ਲੱਤਾਂ ਵੱਲ ਦੇਖ ਕੇ ਇਹ ਸੋਚ ਲਿਆ ਕਿ ਅਸੀਂ ਕੁਝ ਕਰ ਨਹੀਂ ਸਕਦੇ, ਜਾਂ ਇਹ ਕਹਿ ਲਓ ਕਿ ਜਿਹੜੇ ਬੜੇ ਕੋਲ ਤੰਦਰੁਸਤ ਨੇ, ਸਭ ਕੁਝ ਕਰ ਸਕਦੇ ਨੇ ਪਰ ਕਰਨ ਤੋਂ ਅਸਮਰਥ ਨੇ, ਕਰ ਨਹੀਂ ਸਕਦੇ, ਕਿ ਕੀ ਕਰਾਂਗੇ, ਮੰਗ ਕੇ ਜ਼ਿਆਦਾ ਬੈਟਰ ਹੈ। ਮੈਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣਾ ਕੁਝ ਗੁਣ ਸਿੱਖੋ ਔਰ ਉਹਦੇ ਨਾਲ ਆਪਣਾ ਪੇਟ ਪਾਲਣਾ ਕਰੋ। ਮੰਗਣਾ ਜਿਹੜਾ ਹੈ ਉਹ ਬਹੁਤ ਮਾੜੀ ਗੱਲ ਹੈ, ਤੇ ਇਹ ਇਹੋ ਜਿਹਾ ਕੰਮ ਨਾ ਕਰੋ ਜਿਹਨਾਂ ਕਰਕੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਤੁਹਾਡਾ ਸਿਰ ਝੁਕ ਜੇ। ਆਪਣੀ ਮਿਹਨਤ ਕਰੋ, ਮਿਹਨਤ ਦੇ ਬਲਬੂਤੇ ਤੇ ਆਪਣੀ ਕਿਰਿਆ ਨੂੰ ਕਰੋ, ਕਿਰਿਆ ਨੂੰ ਸੋਧੋ। ਮੈਂ ਉਹਨਾਂ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦਾ ਜੀ। SM1 ਵੱਲੋਂ ਅਤੇ U24 ਲਾਈਵ ਵੱਲੋਂ ਸਾਰੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਗੁਰਮਤਿ ਸਹਾਰਾ ਚੈਰੀਟੇਬਲ ਟਰਸਟ ਦੀ ਕੀਤੀ ਜਾਵੇ, ਤਾਂ ਜੋ ਇਸ ਤਰ੍ਹਾਂ ਦੇ ਉੱਦਮੀ ਪੁਰਸ਼ ਹੋਰ ਅੱਗੇ ਆਉਣ। ਜਿਵੇਂ ਕਿ ਬਾਬਾ ਜੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਇਹਨਾਂ ਦੇ ਬੱਚਿਆਂ ਦੀ, ਜਦਕਿ ਉਹ ਆਪ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈਗੇ, ਪਰ ਫਿਰ ਵੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਵਾਸਤੇ, ਇਹਨਾਂ ਬੱਚਿਆਂ ਦੇ ਫਿਊਚਰ ਵਾਸਤੇ ਹਮੇਸ਼ਾ ਉਹ ਚਿੰਤਤ ਨੇ। ਕੁਝ ਇਹੋ ਜਿਹੇ ਦਾਨੀ ਸੱਜਣ ਅੱਗੇ ਆਉਣ, ਇਹੋ ਜਿਹੀਆਂ ਸੰਸਥਾਵਾਂ ਦੀ ਮਦਦ ਕਰਨ, ਕਿਉਂਕਿ ਇੱਦਾਂ ਦੇ ਕਾਰਜ ਤੁਹਾਡੇ ਵਰਗੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ।
ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਸਹਾਰਾ ਅਕੈਡਮੀ ਜੋ ਕਿ ਇੱਕ ਬੇਸਹਾਰਾ ਬੱਚਿਆਂ ਨੂੰ ਵਾਜਾ, ਤਬਲਾ, ਕੀਰਤਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੋੜਦੀ ਹੈ, ਸਿੱਖੀ ਸਰੂਪ ਦੇ ਨਾਲ ਜੋੜਦੀ ਹੈ, ਜਿਨ੍ਹਾਂ ਵਿੱਚ ਆਪ ਜੀ ਇਹ ਬੱਚੇ ਦੇਖ ਰਹੇ ਹੋ ਜੋ ਕਿ ਵਾਜਾ, ਤਬਲਾ, ਕੀਰਤਨ ਸਿੱਖ ਰਹੇ ਹਨ। ਇਹਨਾਂ ਵਿੱਚ ਬੱਚੇ ਕਈ ਗਰੀਬ ਨੇ ਤੇ ਜਿਨ੍ਹਾਂ ਦੇ ਮਾਪਿਓ ਗਰੀਬ ਨੇ, ਉਹਨਾਂ ਦੇ ਬੱਚਿਆਂ ਦੀ ਫੀਸਾਂ ਜਿਹੜੀਆਂ ਨੇ ਇਹ ਅਕੈਡਮੀ ਦੇ ਵੱਲੋਂ ਭਰੀਆਂ ਜਾਂਦੀਆਂ ਨੇ ਤੇ ਕਈ ਬੱਚੇ ਇਹਨਾਂ ਵਿੱਚ ਕੀਰਤਨ ਪੂਰਾ ਕਰ ਲੈਂਦੇ ਨੇ, ਆਪਣੀਆਂ ਫੀਸਾਂ ਆਪ ਹੀ ਕੱਢਦੇ ਨੇ। ਉਹਨਾਂ ਬੱਚਿਆਂ ਦਾ ਇੱਕ ਸ਼ਬਦ ਅਸੀਂ ਆਪ ਜੀ ਦੇ ਅੱਗੇ ਪੇਸ਼ ਕਰਦੇ ਹਾਂ ਜੀ। ਆਓ ਇਹਨਾਂ ਬੱਚਿਆਂ ਪਾਸੋਂ ਇੱਕ ਸ਼ਬਦ ਦੀ ਹਾਜ਼ਰੀ ਲਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਸਹਾਰਾ ਚੈਰੀਟੇਬਲ ਟਰਸਟ ਪਟਿਆਲਾ ਦੇ ਬੱਚਿਆਂ ਦੇ ਨਾਲ ਆਓ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਇਹਨਾਂ ਬੱਚਿਆਂ ਕੋਲੋਂ ਕਿਸ ਤਰ੍ਹਾਂ ਇੱਥੋਂ ਕੀਰਤਨ ਸਿੱਖਦੇ ਹਨ ਤੇ ਕਿਹੜੇ ਕਾਰਜ ਬਾਬਾ ਜੀ ਵੱਲੋਂ ਜਿਹੜੇ ਹਨ ਇਹਨਾਂ ਨੂੰ ਦਿੱਤੇ ਜਾਂਦੇ ਹਨ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਮਨਪ੍ਰੀਤ ਸਿੰਘ ਹੈ ਜੀ। ਮਨਪ੍ਰੀਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਮੈਂ ਜੀ ਫਰੀਦਾਬਾਦ ਤੋਂ ਆਇਆ ਜੀ। ਤੇ ਇੱਥੇ ਤੁਸੀਂ ਬਾਬਾ ਜੀ ਕੋਲੇ ਰਹਿੰਦੇ ਹੋ? ਹਾਂਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ? ਮੈਨੂੰ ਜੀ 2.5 ਸਾਲ ਹੋ ਗਏ ਨੇ ਜੀ ਇੱਥੇ। ਕੀ ਤੁਸੀਂ ਇੱਥੇ ਮਤਲਬ ਕੀ ਸਿੱਖਦੇ ਹੋ ਤੁਸੀਂ ਇੱਥੇ? ਮੈਂ ਜੀ ਇੱਥੇ ਹਾਰਮੋਨੀਅਮ ਦੀ ਸਿੱਖਿਆ ਲੈ ਰਿਹਾ ਅਤੇ ਨਾਲ ਮੈਂ ਆਪਣੇ ਸਕੂਲ ਦੀ ਪੜ੍ਹਾਈ ਵੀ ਕਰ ਰਿਹਾ ਜੀ। ਅੱਛਾ ਜੀ, ਫਰੀਦਾਬਾਦ ਤੋਂ ਤੁਸੀਂ ਇੱਥੇ ਆਏ ਹੋ, ਕਿਸ ਵਾਸਤੇ ਆਏ ਹੋ ਮੇਨ? ਮੈਂ ਜੀ ਇੱਥੇ ਆਪਣੀ ਜ਼ਿੰਦਗੀ ਬਣਾਉਣੀ ਅਤੇ ਆਪਣਾ ਵਾਜਾ ਤਬਲਾ ਸਿੱਖਣ ਲਈ ਆਇਆ ਜੀ। ਮਾਤਾ ਪਿਤਾ ਕੀ ਕੰਮ ਕਰਦੇ ਬੇਟਾ ਜੀ ਤੁਹਾਡੇ? ਪਿਤਾ ਜੀ ਮੇਰੇ ਜੀ ਆਟੋ ਚਲਾਉਂਦੇ ਹਨ ਅਤੇ ਮਾਤਾ ਜੀ ਹਾਊਸ ਵਾਈਫ ਨੇ ਜੀ। ਕੀ ਬਾਬਾ ਜੀ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਦਾ ਇੱਥੇ ਲੱਗਦਾ ਹੈ, ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਆ ਕੇ? ਸਾਨੂੰ ਜੀ ਬਾਬਾ ਜੀ ਬਹੁਤ ਵਧੀਆ ਕਰਦੇ ਨੇ ਅਤੇ ਸਾਡੇ ਵਾਸਤੇ ਜੋ ਹੁੰਦਾ ਹੈ ਉਹ ਕਰਦੇ ਨੇ। ਅਸੀਂ ਸਾਡੀ ਸਕੂਲ ਦੀ ਪੜ੍ਹਾਈ ਵੀ ਬਹੁਤ ਵਧੀਆ ਕਰਾ ਰਹੇ ਨੇ, ਜੋ ਅਸੀਂ ਮੰਗਦੇ ਹਾਂ ਸਾਨੂੰ ਦਿੰਦੇ ਨੇ ਅਤੇ ਸਾਨੂੰ ਨਾਲ ਦੀ ਨਾਲ ਵਾਜਾ, ਤਬਲਾ, ਕਥਾ, ਕੀਰਤਨ ਸਿਖਾਉਂਦੇ ਨੇ ਜੀ ਅਤੇ ਸਾਨੂੰ ਨਾਲ ਦੀ ਨਾਲ ਇਲੈਕਟ੍ਰੀਸ਼ਨ ਦੇ ਸਮਾਨ ਦੀ ਜਾਣਕਾਰੀ ਦਿੰਦੇ ਨੇ ਅਤੇ ਉਹਨਾਂ ਦੀ ਜਾਣਕਾਰੀ ਬਾਰੇ ਬਤਾਉਂਦੇ ਨੇ ਜੀ ਅਤੇ ਉਹਨਾਂ ਨੂੰ ਰਿਪੇਅਰ ਕਰਨਾ ਵੀ ਦੱਸਦੇ ਨੇ ਜੀ। ਹੋਰ ਤੁਸੀਂ ਕੀ ਮਤਲਬ ਬਾਬਾ ਜੀ ਬਾਰੇ ਕੀ ਮੈਸੇਜ ਹੈ, ਕੀ ਦੱਸਣਾ ਚਾਹੁੰਦੇ ਹੋ? ਹੋਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ? ਬਾਬਾ ਜੀ ਸਾਡੇ ਲਈ ਬਹੁਤ ਕੁਝ ਕਰਦੇ ਨੇ ਤੇ ਅਸੀਂ ਉਹਨਾਂ ਲਈ ਵੀ ਬਹੁਤ ਕੁਝ ਕਰਦੇ ਹਾਂ। ਬਾਬਾ ਜੀ ਸਾਡੇ ਮਾਤਾ ਹਨ ਤੇ ਬਾਬਾ ਜੀ ਸਾਡੇ ਪਿਤਾ ਜੀ ਹਨ ਜੀ। ਹੋਰ ਵੀ ਇੱਥੇ ਕਈ ਬੱਚੇ ਖੜੇ ਹਨ, ਠੀਕ ਹੈ ਨਾ ਜੀ। ਤੁਸੀਂ ਬੇਟਾ ਜੀ ਕੀ ਇੱਥੇ ਕੀਰਤਨ ਸਿੱਖਦੇ ਹੋ? ਹਾਂਜੀ ਕੀ ਸਿੱਖ ਰਹੇ ਹੋ? ਹਾਰਮੋਨੀਅਮ ਸਿੱਖ ਰਹੇ ਹੋ, ਤਬਲਾ ਸਿੱਖ ਰਹੇ ਹੋ? ਹਾਂਜੀ ਹਾਰਮੋਨੀਅਮ। ਅੱਛਾ, ਹਾਰਮੋਨੀਅਮ ਸਿੱਖਦੇ ਹੋ। ਹੋਰ ਕਿਹੜੇ ਬੱਚੇ ਇੱਥੇ ਸਿੱਖਦੇ ਹਨ ਤੇ ਕੀਰਤਨ ਕਰਦੇ ਹਨ? ਸਭ। ਕੀ ਨਾਮ ਹੈ ਤੁਹਾਡਾ? ਕਰਮਜੀਤ ਕੌਰ। ਤੁਸੀਂ ਕੀਰਤਨ ਸਿੱਖਦੇ ਹੋ? ਹਾਂਜੀ, ਠੀਕ ਹੈ। ਕਿੰਨੇ ਰਾਗਾਂ ਵਿੱਚ ਕੀਰਤਨ ਹੁਣ ਤੱਕ ਤੁਸੀਂ ਸਿੱਖ ਸਕੇ? ਸਾਨੂੰ 15 ਰਾਗ ਹੋ ਗਏ ਨੇ ਤੇ ਰੀਤਾਂ ਕਾਫੀ ਹੋ ਗਏ ਨੇ ਤੇ 40। ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? ਸਹਿਮਤ ਜੀ। ਤੇ ਬਾਬਾ ਜੀ ਨੂੰ ਕਦ ਤੋਂ ਤੁਸੀਂ ਇਸ ਅਕੈਡਮੀ ਨੂੰ ਜੁਆਇਨ ਕੀਤਾ ਹੈ? ਮੈਂ ਜਦੋਂ 4 ਸਾਲ ਦੀ ਸੀ ਉਦੋਂ ਮੈਂ ਸਟਾਰਟਿੰਗ ਕੀਤੀ ਸੀ। 4 ਸਾਲ ਤੋਂ ਤੁਸੀਂ ਮਤਲਬ ਇਸ ਅਕੈਡਮੀ ਸਿੱਖ ਰਹੇ ਹੋ। ਕਿਹੜੇ ਸਕੂਲ ਪੜ੍ਹਦੇ ਹੋ? ਗੁਰਕਿਰਪਾ ਪਬਲਿਕ ਸਕੂਲ। ਬਾਬਾ ਜੀ ਵੱਲੋਂ ਤੁਹਾਨੂੰ ਹੈਲਪ ਕੀਤੀ ਜਾਂਦੀ ਹੈ ਸਕੂਲ ਦੇ ਵਿੱਚ? ਹਾਂਜੀ। ਕੀ ਨਾਂ ਹੈ ਤੁਹਾਡਾ? ਦਿਲ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਆ? ਸਾਨੂੰ ਹੋ ਗਿਆ 5-6 ਸਾਲ ਹੋ ਗਏ ਨੇ। ਹੁਣ ਤੁਸੀਂ ਕੀਰਤਨ ਕਰ ਲੈਂਦੇ ਇਸ ਵੇਲੇ? ਹਾਂਜੀ। ਤੇ ਬਾਬਾ ਜੀ ਵੱਲੋਂ ਕੀ ਤੁਹਾਡੀ ਇਸ ਵੇਲੇ ਹੈਲਪ ਕੀਤੀ ਜਾ ਰਹੀ ਹੈ? ਹੈਲਪ ਸਾਡੀ ਬਾਬਾ ਜੀ ਵੱਲੋਂ ਬਹੁਤ ਕੀਤੀ ਜਾ ਰਹੀ ਹੈ। ਸਕੂਲਾਂ ਦੀ ਪੜ੍ਹਾਈ ਦੀ ਫੀਸ ਜੀ, ਮਤਲਬ ਹਾਰਮੋਨੀਅਮ, ਤਬਲਾ, ਵਾਜਾ ਸਿਖਾਉਂਦੇ ਨੇ ਜੀ ਸਾਨੂੰ। ਤੇ ਹੋਰ ਇਸ ਤੋਂ ਇਲਾਵਾ ਹੋਰ ਵੀ ਜਿਵੇਂ ਬੱਚੇ ਦੱਸ ਰਹੇ ਸੀਗੇ ਕੋਈ ਇੱਥੇ ਮੋਟਰ ਬਾਈਂਡਿੰਗ ਵੀ ਬਾਬਾ ਜੀ ਕੋਲੋਂ ਸਿੱਖਦਾ, ਕੋਈ ਤੁਸੀਂ ਵੀ ਇੱਦਾਂ ਦੇ ਕਿਸੇ ਕੰਮ 'ਚ ਇੰਟਰਸਟ ਲੈਂਦੇ ਹੋ? ਹਾਂਜੀ। ਤੁਸੀਂ ਕੀ ਸਿੱਖਣਾ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ? ਅਸੀਂ ਰਾਗੀ ਬਣਨਾ ਚਾਹੁੰਦੇ ਹਾਂ ਜੀ, ਵਾਜਾ ਤਬਲਾ ਵਜਾਉਣ। ਅੱਛਾ, ਮਤਲਬ ਗੁਰੂ ਘਰ ਦੀ ਸੇਵਾ ਕਰਨਾ ਹਾਂਜੀ। ਚਾਹੁੰਦੇ ਹੋ ਤੁਸੀਂ ਕੀਰਤਨ ਦੇ ਰਾਹੀਂ, ਮਤਲਬ ਜਿਹੜੀ ਹੈਗੀ ਹੈ, ਠੀਕ ਹੈ। ਕਿਹੜੀ ਕਲਾਸ 'ਚੋਂ ਇਸ ਵੇਲੇ? 10th ਕਲਾਸ 10th ਕਲਾਸ 'ਚੋਂ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਗੁਰਕਿਰਪਾ ਪਬਲਿਕ ਸਕੂਲ। ਠੀਕ ਹੈ। ਕੀ ਨਾਂ ਹੈ ਜੀ ਤੁਹਾਡਾ? ਨਵਜੋਤ ਸਿੰਘ ਜੀ। ਨਵਜੋਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਜੀ ਮੈਂ ਹਰਿਆਣਾ ਤੋਂ ਆਇਆ ਜੀ। ਹਰਿਆਣੇ ਤੋਂ। ਇੱਥੇ ਤੁਸੀਂ ਕੀ ਪੜ੍ਹਾਈ ਵਾਸਤੇ ਜਾਂ ਕੀਰਤਨ ਸਿੱਖਣ ਵਾਸਤੇ ਆਏ ਹੋ? ਮੈਂ ਜੀ ਤਬਲਾ ਕੀਰਤਨ ਸਿੱਖਣ ਆਇਆ ਜੀ। ਤਬਲਾ ਕੀਰਤਨ ਸਿੱਖਦੇ ਹੋ। ਤੇ ਕੀ ਮਾਪੇ ਤੁਹਾਡੇ ਕੀ ਕੰਮ ਕਰਦੇ, ਮਾਤਾ ਪਿਤਾ ਜੀ? ਜੀ ਮੇਰੇ ਡੈਡੀ ਜੀ ਸਪਰੇਅ ਦਾ ਕੰਮ ਕਰਦੇ ਨੇ ਸਿਆਲਾਂ 'ਚ ਹੂੰ। ਤੇ ਗਰਮੀਆਂ 'ਚ ਪੱਲੇਦਾਰੀ ਕਰਦੇ ਨੇ ਜੀ। ਬਾਬਾ ਜੀ ਵੱਲੋਂ ਕੋਈ ਫੀਸ ਵੀ ਲਈ ਜਾਂਦੀ ਤੁਹਾਡੇ ਕੋਲੋਂ? ਨਾ ਜੀ। ਬਿਲਕੁਲ ਤੁਹਾਨੂੰ ਫ੍ਰੀ ਸਿਖਾਉਂਦੇ ਆ? ਹਾਂਜੀ। ਤੁਹਾਨੂੰ ਰਹਿਣ ਪਹਿਣ, ਖਾਣਾ ਪੀਣਾ ਸਭ ਬਾਬਾ ਜੀ ਵੱਲੋਂ ਦਿੱਤਾ ਸਭ ਜਾਂਦਾ? ਜੀ। ਕੀ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਾਬਾ ਜੀ ਸਾਡੇ ਲਈ ਬਹੁਤ ਚੰਗੇ ਨੇ ਜੀ। ਮਾਤਾ ਪਿਤਾ ਉਹੀ ਨੇ ਜੀ। ਪਾਠ ਕਰਦੇ ਹੋ ਸਵੇਰੇ ਸ਼ਾਮ? ਨਾ ਜੀ ਮੈਂ ਸਿੱਖ ਰਿਹਾ ਜੀ ਅੱਜ। ਸਿੱਖ ਰਹੇ ਹੋ, ਬਾਬਾ ਜੀ ਕੋਲੋਂ ਸਿੱਖ ਰਹੇ ਹੋ? ਹਾਂਜੀ। ਠੀਕ ਹੈ। ਇਹ ਸਨ ਗੁਰਮਤਿ ਸਹਾਰਾ ਰਿਲੀਜੀਅਸ ਚੈਰੀਟੇਬਲ ਟਰਸਟ ਦੇ ਬੱਚੇ। Hey,
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਕਮਲਦੀਪ ਸਿੰਘ ਜੀ। ਕਮਲਦੀਪ ਸਿੰਘ ਜੀ, ਕਿੰਨਾ ਚਿਰ ਹੋ ਗਿਆ ਇਸ ਸੰਸਥਾ ਨਾਲ ਜੁੜੇ ਤੁਹਾਨੂੰ? ਵੀਰ ਜੀ ਮੈਨੂੰ ਘੱਟੋ ਘੱਟ 15 ਕੁ ਸਾਲ ਹੋ ਗਏ ਇਹਨਾਂ ਦੇ ਨਾਲ ਹੀ ਲੱਗਿਆ ਨੂੰ। ਪਹਿਲਾਂ ਮੈਂ ਦੁਕਾਨਦਾਰੀ ਕਰਦਾ ਸੀ, ਕੁਝ ਕਾਰਨਾਂ ਕਰਕੇ ਮੈਨੂੰ ਦੁਕਾਨਦਾਰੀ ਛੱਡਣੀ ਪਈ ਅਤੇ ਫਿਰ ਮੈਂ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਜੋਬ ਕਰਨ ਲੱਗ ਗਿਆ ਅਤੇ ਹੁਣ ਵੀ ਮੈਂ ਕਰ ਰਿਹਾ ਇਸ ਟਾਈਮ। ਅਤੇ ਦੁਕਾਨਦਾਰੀ ਕਰਦੇ ਵੇਲੇ ਮੈਨੂੰ ਗੁਰਮੁਖ ਬਾਬਾ ਜੀ ਦੇ ਨਾਲ ਸਮਾਨ ਲੈਣ ਮਾੜਾ ਮੋਟਾ ਜਾਂਦੇ ਸੀ ਦੁਕਾਨ 'ਤੇ, ਮੇਰਾ ਮੇਲ ਹੋਇਆ ਅਤੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਤਾਂ ਇਹ ਇਹਨਾਂ ਦੇ ਨਾਲ ਮਿਲ ਕੇ ਮੈਨੂੰ ਇਹੋ ਜਿਹਾ ਲੱਗਿਆ ਕਿ ਕੋਈ ਅੱਗੇ ਨਾ ਅੱਗੇ ਸਾਨੂੰ ਵੀ ਕਰਨਾ ਚਾਹੀਦਾ, ਲੋਕਾਂ ਬਾਰੇ, ਗਰੀਬ ਬੱਚਿਆਂ ਬਾਰੇ ਕਰਨਾ ਚਾਹੀਦਾ ਹੈ। ਤਾਂ ਮੈਂ ਇਹਨਾਂ ਨੇ ਕਿਹਾ ਬਾਬਾ ਜੀ ਸਾਨੂੰ ਜੋ ਸੇਵਾ ਹੋਏਗੀ ਸਾਨੂੰ ਦੱਸੋ, ਅਸੀਂ ਤੁਹਾਡੇ ਦੇ ਨਾਲ ਚੱਲਾਂਗੇ। ਕਿਸ ਤਰ੍ਹਾਂ ਦੀ ਜਿਹੜੀ ਮਦਦ ਹੈ ਤੁਹਾਡੇ ਵੱਲੋਂ ਬਾਬਾ ਜੀ ਨੂੰ ਮਤਲਬ ਦਿੱਤੀ ਜਾਂਦੀ? ਸਾਨੂੰ ਜੋ ਵੀ ਬਾਬਾ ਜੀ ਸੇਵਾ ਲਾ ਦੇਣ ਕਿ ਬੱਚਿਆਂ ਨੂੰ ਆਹ ਸਮਾਨ ਲਿਆ ਕੇ ਦੇਣਾ ਹੈ ਜਾਂ ਉਹ ਫਲਾਣ ਕੋਈ ਵੀ ਚੀਜ਼ ਲਿਆ ਕੇ ਦੇਣੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨਾ ਹੈ, ਸਾਨੂੰ ਕੋਈ ਵੀ ਅੱਧੀ ਰਾਤ ਨੂੰ ਹੁਕਮ ਕਰਨ ਤਾਂ ਅਸੀਂ ਇਹਦੇ ਨਾਲ ਉੱਠ ਕੇ ਆਉਣ ਨੂੰ ਤਿਆਰ ਹਾਂ ਅਤੇ ਚੱਲਦੇ ਵੀ ਹਾਂ, ਚੱਲਾਂਗੇ ਵੀ। ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ? ਮੈਂ ਆਪਣੇ ਜਗਤਾਰ ਨਗਰ ਨਾਲ ਬਾਜਾ ਕਲੋਨੀ ਦੇ ਨਾਲ ਜੀ। ਕਿੰਨਾ ਚਿਰ ਹੋ ਗਿਆ ਬਾਬਾ ਜੀ ਨੂੰ? ਬਾਬਾ ਜੀ ਤਕਰੀਬਨ 15-16 ਸਾਲ ਹੋ ਗਏ ਨਾਲ। 16 ਸਾਲ ਹੋ ਗਏ। ਤੇ ਬਾਬਾ ਜੀ ਵੱਲੋਂ ਜਿਹੜੇ ਕਾਰਜ ਕੀਤੇ ਜਾਂਦੇ ਇੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਫ੍ਰੀ, ਹੋਰ ਵੀ ਕਈ ਬਾਬਾ ਜੀ ਵੱਲੋਂ ਕੰਮ ਕੀਤੇ ਜਾਂਦੇ ਆ, ਤੁਸੀਂ ਬਾਬਾ ਜੀ ਨੂੰ ਕਿੱਦਾਂ ਦੇ ਨਾਲ ਸਹਿਯੋਗ? ਮੈਂ ਹਰ ਤਰ੍ਹਾਂ ਦਾ ਆਰਥਿਕ ਸਹਿਯੋਗ ਦੇਣਾ। ਬਾਕੀ ਬਾਬਾ ਜੀ ਨੇ ਬਾਹਰ ਜਾਣਾ ਹੁੰਦਾ ਕਿ ਇਹਨਾਂ ਕੋਲ ਗੱਡੀ ਨਹੀਂ ਹੁੰਦੀ, ਗੱਡੀ ਵੀ ਲੈ ਜਾਣਾ, ਫਿਰ ਨਾ ਗੱਡੀ ਲੈ ਲਈ ਸੀ, ਫਿਰ ਡਰਾਈਵਰ ਦੀ ਪ੍ਰੋਬਲਮ ਸੀ, ਫਿਰ ਮੈਂ ਬਾਬਾ ਜੀ ਮੈਂ ਤੁਹਾਡੀ ਡਰਾਈਵਰ ਵੀ ਕਰਾਂਗਾ, ਜਿੱਥੇ ਵੀ ਜਾਣਾ ਹੋਵੇ ਬਾਬਾ ਜੀ ਨਾਲ ਜਾਣਾ। ਅਤੇ ਹੋਰ ਕਿਸੇ ਤਰ੍ਹਾਂ ਵੀ ਬਾਬਾ ਜੀ ਨੂੰ ਅੱਧੀ ਰਾਤ ਵੀ ਆਵਾਜ਼ ਮਾਰਨ ਮੈਂ ਇਹਨਾਂ ਦੀ ਹਾਜ਼ਰ ਹਾਂ। ਕੀ ਬਾਬਾ ਜੀ ਬਾਰੇ ਕੀ ਤੁਸੀਂ ਦੱਸਣਾ ਚਾਹੁੰਦੇ ਹੋ? ਬਾਬਾ ਜੀ ਬਾਰੇ ਦੱਸਣਾ ਚਾਹੁੰਦਾ ਵੀ ਇਹ ਇਹੋ ਜਿਹੀ ਅਵਸਥਾ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਆ। ਸਾਨੂੰ ਸਾਰਿਆਂ ਨੂੰ ਇਹਨੂੰ ਸੇਧ ਲੈ ਕੇ ਉਪਰਾਲਾ ਕਰਨਾ ਚਾਹੀਦਾ, ਕਿਉਂਕਿ ਇੱਕ ਇਹ ਅੰਗਹੀਣ ਹੋ ਕੇ ਵੀ ਇਹਨਾਂ ਉਪਰਾਲਾ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਸਾਡੇ ਕੋਲ ਜੋ ਵੀ ਆਰਥਿਕ ਤੌਰ 'ਤੇ ਬਾਬਾ ਨੂੰ ਮਦਦ ਦੇ ਸਕਦੇ ਦਈਏ, ਸਰੀਰਕ ਤੌਰ 'ਤੇ ਕਰ ਸਕੀਏ ਦਈਏ, ਜਾਨੀ ਤਨ ਮਨ ਧਨ ਨਾਲ ਇਹਨਾਂ ਦੀ ਸੇਵਾ ਕਰੀਏ, ਇਹਨਾਂ ਦਾ ਸਹਿਯੋਗ ਦਈਏ, ਤਾਂ ਕਿ ਇਹਨਾਂ ਨੂੰ ਵੇਖ ਕੇ ਹੋਰ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕੀ ਆ ਇਸ ਤਰ੍ਹਾਂ ਦੇ ਉਪਰਾਲੇ ਕਰਨ, ਤਾਂ ਕਿ ਸਾਡੇ ਸਮਾਜ ਦੇ ਵਿੱਚ ਸੁਧਾਰ ਹੋ ਸਕੇ ਔਰ ਸਾਡੀ ਜਿਹੜੀ ਪੀੜ੍ਹੀ ਆ ਆਉਣ ਵਾਲੀ ਜਿਹੜੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ ਔਰ ਹੋਰ ਜਿਹੜੇ ਗਲਤ ਪਾਸੇ ਚੱਲ ਰਹੀ ਹੈ, ਉਹ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਸਿੱਖਿਆ ਮਿਲੇ ਤਾਂ ਦੇਸ਼ ਉਸਾਰੀ ਦੇ ਆਪਣੇ ਕੌਮ ਉਸਾਰੀ ਦੇ ਕੰਮ ਕਰ ਸਕਣ, ਤਾਂ ਕਿ ਸਾਡਾ ਸਮਾਜ ਸਿਰ ਸਕੇ। ਤੁਹਾਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਇੱਥੇ ਆਉਂਦੇ ਆ? ਮੈਨੂੰ 1.5 ਸਾਲ ਹੋ ਗਏ ਜਿੱਥੇ ਆਉਂਦੇ। 1.5 ਸਾਲ ਤੋਂ ਕੀ ਤੁਸੀਂ ਇੱਥੇ ਮਤਲਬ ਕੀ ਸੇਵਾ ਮਤਲਬ ਜਿਹੜੀ ਇੱਥੇ ਤੁਸੀਂ ਕਰ ਰਹੇ ਹੋ? 1.5 ਸਾਲ ਪਹਿਲਾਂ ਜਦੋਂ ਮੈਂ ਬਾਬੇ ਨੂੰ ਇੱਥੇ ਮਿਲਿਆ ਦੇਖਿਆ ਸੀਗਾ, ਤੇ ਬਾਬੇ ਜੀ ਹੈਂਡੀਕੈਪ ਨੇ ਜਿੱਥੇ, ਤੇ ਜਦ ਮੈਂ ਦੇਖਿਆ ਤੇ ਵੀ ਇਹ ਹੈਂਡੀਕੈਪ ਟੋਕ ਇੰਨਾ ਕੁਝ ਬੱਚਿਆਂ ਵਾਸਤੇ ਕਰ ਰਹੇ ਨੇ, ਤਾਂ ਸਾਨੂੰ ਤਾਂ ਫੇਰ ਵੀ ਰੱਬ ਨੇ ਸਭ ਕੁਝ ਦਿੱਤਾ, ਤਾਂ ਅਸੀਂ ਕੋਈ ਨਹੀਂ ਕੁਝ ਬਾਬੇ ਜੀ ਵਾਸਤੇ ਕਰ ਸਕਦੇ ਤੇ ਬਾਬਾ ਜੀ ਨੇ ਜਿਹੜੀ ਟਰਸਟ ਬਣਾਈ ਹੈ ਉਹਦੇ 'ਚ ਵੀ ਤੁਸੀਂ ਬਾਬਾ ਜੀ ਦੇ ਨਾਲ ਹੈਲਪ ਕਰਦੇ ਹੋ? ਹਾਂਜੀ ਹਾਂਜੀ ਬਿਲਕੁਲ ਹੈਲਪ ਕਰਦੇ ਹਾਂ ਜੀ। ਬਾਬੇ ਨੇ ਸਾਨੂੰ ਇਸ ਟਰਸਟ ਦਾ ਖਜ਼ਾਨਚੀ ਬਣਾਇਆ ਜੀ, ਤੇ ਜੋ ਵੀ ਸਾਡੇ ਹੱਥੋਂ ਸਰਦਾ ਫਾਈਨੈਂਸ਼ਲੀ ਕੋਈ ਵੀ ਵਸਤਰ ਹੋ ਗਿਆ, ਲੰਗਰ ਪਾਣੀ ਸੇਵਾ ਹੋ ਗਈ, ਅਸੀਂ ਜਿੰਨੇ ਜੋਗੇ ਆ ਗਏ ਅਸੀਂ ਫੁੱਲ ਸੇਵਾ ਕਰਨ ਬਾਬੇ ਨਾਲ ਤਿਆਰ ਹਾਂ। ਬਾਬਾ ਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਸੰਗਤਾਂ ਨੂੰ? ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰਮਤਿ ਸਹਾਰਾ ਟਰਸਟ ਦੀ ਹੈਲਪ ਕਰੋ। ਸਾਡੇ ਕੋਲ ਤਾਂ ਜਿੰਨਾ ਵੀ ਦਸਵੰਧ ਹੋ ਸਕਦਾ ਅਸੀਂ ਆਪਣੀ ਕਮਾਈ ਦੇ ਵਿੱਚੋਂ ਦਿੰਦੇ ਹਾਂ, ਪਰ ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮਤਿ ਸਹਾਰਾ ਟਰਸਟ ਦੀ ਤੁਸੀਂ ਹੈਲਪ ਕਰੋ, ਤਾਂ ਕਿ ਜਿਹੜੇ ਬਾਬਾ ਜੀ ਨੇ ਉਪਰਾਲਾ ਚੱਕਿਆ ਹੈਗਾ ਗਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਪੜ੍ਹਾਉਣ ਦਾ, ਲਿਖਾਉਣ ਦਾ, ਗੁਰਬਾਣੀ ਦੀ ਸੰਥਿਆ ਦੇਣ ਦਾ, ਵਾਜਾ ਤਬਲਾ ਸਿਖਾਉਣ ਦਾ, ਤਾਂ ਕਿ ਬੱਚੇ ਚੰਗੀ ਤਰ੍ਹਾਂ ਸਿੱਖ ਕੇ ਔਰ ਚੰਗੀ ਅਹੁਦੇ ਤੇ ਜਾ ਕੇ ਬੈਠ ਸਕਣ। SM1 ਵੱਲੋਂ ਅਤੇ U24 ਲਾਈਵ ਵੱਲੋਂ ਸਾਰੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਗੁਰਮਤਿ ਸਹਾਰਾ ਚੈਰੀਟੇਬਲ ਟਰਸਟ ਦੀ ਕੀਤੀ ਜਾਵੇ, ਤਾਂ ਜੋ ਇਸ ਤਰ੍ਹਾਂ ਦੇ ਉਦਮੀ ਪੁਰਸ਼ ਹੋਰ ਅੱਗੇ ਆਉਣ। ਜਿਵੇਂ ਕਿ ਬਾਬਾ ਜੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਇਹਨਾਂ ਦੇ ਬੱਚਿਆਂ ਦੀ, ਜਦਕਿ ਉਹ ਆਪ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈਗੇ, ਪਰ ਫਿਰ ਵੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਵਾਸਤੇ, ਇਹਨਾਂ ਬੱਚਿਆਂ ਦੇ ਫਿਊਚਰ ਵਾਸਤੇ ਹਮੇਸ਼ਾ ਉਹ ਚਿੰਤਤ ਨੇ। ਕੁਝ ਇਹੋ ਜਿਹੇ ਦਾਨੀ ਸੱਜਣ ਅੱਗੇ ਆਉਣ, ਇਹੋ ਜਿਹੀਆਂ ਸੰਸਥਾਵਾਂ ਦੀ ਮਦਦ ਕਰਨ, ਕਿਉਂਕਿ ਇੱਦਾਂ ਦੇ ਕਾਰਜ ਤੁਹਾਡੇ ਵਰਗੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।